ਕਿਸੇ ਟਾਈਮ ਵੀ ਇਹ ਜਿਹੜੀ ਇਹ ਜੁੱਤੀ ਦਿਖਾ ਸਕਦੀ ਹੈ, ਚੱਪਲਾਂ ਦਿਖਾ ਸਕਦੀ ਸਾਨੂੰ, ਉਹ ਕਿਸੇ ਵੇਲੇ ਅਸਲਾ ਵੀ ਚਲਾ ਸਕਦੀ। ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਆ, ਕਿਉਂਕਿ ਮੈਂ ਖੁਦ ਫਾਰਮ ਤੇ ਮੈਂ ਉੱਥੇ ਪਸ਼ੂ ਰੱਖੇ, ਮੈਂ ਚੋਣ ਜਾਂਦੀ ਆ ਸਵੇਰੇ ਸ਼ਾਮ। ਕੁਛ ਗਲਤ ਪਾਇਆ ਜਿਹਦੇ ਸਬੂਤ ਮੈਂ ਤੁਹਾਨੂੰ ਸਾਰੇ ਦਊਂਗੀ। ਗਲਤ ਫੇਕ ਆਈਡੀਆਂ ਬਣਾ ਕੇ ਮੇਰੇ ਖਿਲਾਫ ਬਹੁਤ ਕੁਝ ਗਲਤ, ਬਹੁਤ ਗਲਤ ਮੇਰੇ ਸਿੱਧੇ ਕਰੈਕਟਰ ਤੇ ਉਂਗਲੀ ਉਠਾਈ ਹੈ। ਔਰ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਐਸਐਸਪੀ ਸਾਹਿਬ ਦੇ ਮੈਂ 2 ਦਰਖਾਸਤਾਂ ਦੇ ਚੁੱਕੀ ਹਾਂ, ਜਿਨ੍ਹਾਂ ਦਾ ਅਜੇ ਤੱਕ ਇੱਕ ਨੰਬਰ ਵੀ ਲੱਗ ਚੁੱਕੇ, ਪਰ ਮੇਰਾ ਅਜੇ ਤੱਕ ਕੁਝ ਨਹੀਂ ਹੋਇਆ। ਇਹ ਜਦ ਮੈਨੂੰ ਜੁੱਤੀਆਂ ਦਿਖਾ ਸਕਦੀ ਹੈ ਜੀ, ਮੈਨੂੰ ਡੰਡੇ ਦਿਖਾ ਸਕਦੀ ਆ, ਤੇ ਜਦ ਇਹਦੇ ਕੋਲ ਅਸਲਾ ਹੋਊਗਾ, ਕੀ ਗੱਲ ਮੈਨੂੰ ਅਸਲਾ ਨਹੀਂ ਮਾਰੂਗੀ ਜਦੋਂ ਇਹਦਾ ਮੌਕਾ ਲੱਗਾ? ਉਹ ਜੀ ਕੰਪਲੇਂਟ ਜਿਹੜੀ ਸੀ ਉਹ ਇੱਕ ਆਡੀਓ ਆ, ਮੇਰੇ ਬੇਟੇ ਨੇ ਪਾਈ ਆ, ਬੇਟੇ ਸੁਖਵਿੰਦਰ ਸਿੰਘ ਨੇ। ਉਹਦੇ ਕੋਲ ਇਹ ਆਡੀਓ ਸੀਗੀ, ਕਿਉਂਕਿ ਬਾਰ-ਬਾਰ ਇੱਦਾਂ ਦੀਆਂ ਘਿਨੌਣੀਆਂ ਹਰਕਤਾਂ ਕਰਦਾ ਰਹਿੰਦਾ ਸੀ, ਔਰ ਇਹਦੇ ਕੋਲ ਫਿਰ ਉਹਦੀ ਰਿਕਾਰਡਿੰਗ ਸੀਗੀ। ਇਹਨੇ ਉਹ ਕੰਪਲੇਂਟ ਫਿਰ ਫੇਸਬੁੱਕ ਤੇ ਪਾ ਦਿੱਤੀ। ਕੀ ਸੀ ਉਹਦੇ ਵਿੱਚ? ਉਹਦੇ ਵਿੱਚ ਇਹ ਸੀਗਾ ਕਿ ਇਹ ਮਤਲਬ ਕਿ ਇਹ ਕਹਿੰਦਾ ਵੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਆ। ਇਹ ਕਹਿੰਦਾ ਮੈਂ ਅਫੀਮ ਖਾ ਕੇ 3 ਅਖੰਡ ਪਾਠ ਵੀ ਕੀਤੇ, ਮੈਨੂੰ ਬੜਾ ਸਰੂਰ ਆਉਂਦਾ। ਔਰ ਦੂਸਰੀ ਗੱਲ ਕਿ ਇਹ ਕਹਿੰਦਾ ਕਿ ਅਸੀਂ ਹਰਿਦੁਆਰ 1 ਕਿਲੋ ਅਫੀਮ ਮਹਾਰਾਜ ਦੇ ਸਰੂਪ ਥੱਲੇ ਰੱਖ ਕੇ ਕੱਢ ਕੇ ਲਿਆਉਣ ਦੀ ਗੱਲ ਵੀ ਇਹਨੇ ਕਹੀ ਆ ਉਹਦੇ ਵਿੱਚ, ਆਡੀਓ ਦੇ ਵਿੱਚ। ਠੀਕ ਹੈ, ਤੇ ਇਹ ਕੌਣ ਆ ਤੇ ਕਿੱਥੇ ਬੈਠਾ? ਉਸ ਡੇਰੇ ਦਾ ਕੀ ਪਿਛੋਕੜ ਹੈ? ਇਹ ਫਿਲਹਾਲ ਪਹਿਲਾਂ ਇਹ ਤਾਜੇਵਾਲ ਰਹਿੰਦਾ ਸੀ, ਤੇ ਹੁਣ ਇਹ ਕਿਲ੍ਹਾ ਬੈਰੂਨ ਪਿੰਡ ਦੇ ਵਿੱਚ ਰਹਿ ਰਿਹਾ ਆ, ਗੁਰਦੁਆਰੇ 'ਚ। ਕੀ ਨਾਮ ਹੈ ਜੀ ਕਿਹਦਾ ਜੀ? ਬਾਬੇ ਦਾ? ਮਹਾਵੀਰ ਸਿੰਘ। ਤੁਹਾਡੇ ਕੀ ਲੱਗਦੇ ਹੈ ਜੀ? ਮੇਰਾ ਸਕਾ ਭਰਾ ਲੱਗਦਾ ਜੀ। ਤੁਸੀਂ ਥਾਣੇ ਵੀ ਕੰਪਲੇਂਟ ਕੀਤੀ ਜੀ? ਮੈਂ ਥਾਣੇ 2 ਵਾਰੀ ਕੰਪਲੇਂਟ ਕੀਤੀ ਸੀ, ਕਿਉਂਕਿ ਇਹਨੇ ਮੇਰੇ ਬੇਟੇ ਦੇ ਉੱਤੇ FIR ਕਰਵਾਤੀ ਸੀ। ਬੀਬੀ ਨਾਲ ਹੀ ਇਹਦੇ ਜਸਵੀਰ ਕੌਰ, ਜੋ ਕਿ ਮੇਰੇ ਛੋਟੇ ਭਰਾ ਦੀ ਘਰ ਵਾਲੀ ਆ, ਉਹਨੂੰ ਇਹ ਕੱਢ ਕੇ ਲਗਿਆ ਆ। ਉਹਦੇ ਤੇ ਕੰਪਲੇਂਟ ਉਹਦੇ ਤੋਂ ਕੰਪਲੇਂਟ ਇਹਨੇ ਮੇਰੇ ਬੇਟੇ ਤੇ ਕਰਵਾਈ ਸੀ। ਠੀਕ ਹੈ, ਤੇ ਥਾਣੇ ਕੀ ਕਾਰਵਾਈ ਹੋਈ ਜੀ? ਥਾਣੇ ਕੋਈ ਕਾਰਵਾਈ ਨਹੀਂ ਸਾਡੀ ਹੋਈ। ਫਿਰ ਇਹ ਮੈਨੂੰ ਸੋਸ਼ਲ ਮੀਡੀਆ ਦੇ ਥਾਣੇ ਜਦੋਂ ਮੈਂ ਕੰਪਲੇਂਟ ਕੀਤੀ, ਉਸ ਤੋਂ ਬਾਅਦ ਇਹ ਮੈਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗਲਤ ਬੋਲਿਆ, ਔਰ ਮੇਰੇ ਚਰਿੱਤਰ ਤੇ ਗੱਲਾਂ ਉਠਾਈਆਂ। ਮੈਂ ਉਹਦੀ ਵੀ ਕੰਪਲੇਂਟ ਕੀਤੀ, ਮੇਰੀ ਉਸ ਕੰਪਲੇਂਟ ਦੀ ਵੀ ਕੋਈ ਸੁਣਵਾਈ ਨਹੀਂ ਹੋਈ। ਹੁਣ ਵੀ ਖਤਰਾ ਹੈ ਜਾਨ ਨੂੰ? ਮੇਰੀ ਜਾਨ ਨੂੰ ਬਹੁਤ ਖਤਰਾ ਜੀ, ਕਿਉਂਕਿ ਮੈਂ ਸਾਡਾ ਅੱਗੇ ਸੀਨਾ ਪਿੰਡ ਦੇ ਵਿੱਚ ਫਾਰਮ ਆ, ਜ਼ਮੀਨ ਵੀ ਆ ਸਾਡੀ, ਉੱਥੇ ਪਸ਼ੂ ਰੱਖੇ ਆ। ਮੈਂ ਉਹਨਾਂ ਨੂੰ ਚੋਣ ਜਾਂਦੀ ਆ, ਸਵੇਰੇ ਸ਼ਾਮ ਉੱਥੋਂ ਲੰਘਦੀ ਆ। ਔਰ ਜਸਵੀਰ ਕੌਰ ਕਦੀ ਮੈਨੂੰ ਜੁੱਤੀਆਂ ਦਿਖਾਉਂਦੀ ਆ, ਕਦੀ ਮੈਨੂੰ ਡੰਡੇ ਦਿਖਾਉਂਦੀ ਆ, ਔਰ ਮੇਰੀ ਜਾਨ ਨੂੰ ਖਤਰਾ ਆ। ਇਹ ਆਪਣਾ ਅਸਲਾ ਜਿਹੜਾ ਆ ਉਹ ਕਦੀ ਜਸਵੀਰ ਕੌਰ ਨੂੰ ਫੜਾਉਂਦਾ, ਕਦੀ ਸਰਬੀਰ ਸਿੰਘ ਆ ਉਹਨੂੰ ਫੜਾਉਂਦਾ, ਕਦੀ ਇੰਦਰਵੀਰ ਸਿੰਘ ਆ ਜਿਹਨੂੰ ਇਹਨੇ ਆਪਣੀ ਜਗ੍ਹਾ ਦੁਆਰਾ ਅੱਗੇ ਪੱਗ ਬੰਨ੍ਹ ਦਿੱਤੀ ਆ, ਉਹਨੂੰ ਫੜਾਉਂਦਾ ਆ। ਇਸ ਕਰਕੇ ਦੇਖੋ, ਇੱਕ ਤਾਂ ਕਾਨੂੰਨੀ ਅਸਲਾ ਜਿਹੜਾ ਹੁੰਦਾ ਆ, ਮਤਲਬ ਕਿ ਕਾਨੂੰਨੀ ਤੌਰ 'ਤੇ ਲਾਇਸੈਂਸੀ ਅਸਲਾ ਕਿਸੇ ਨੂੰ ਅਸੀਂ ਦੇ ਨਹੀਂ ਸਕਦੇ। ਇੱਕ ਤਾਂ ਇਹਦਾ ਇਹ ਜੁਰਮ ਵੀ ਹੈ ਵੈਸੇ ਜੇ ਮੰਨਿਆ ਜਾਵੇ ਤਾਂ, ਕਿਉਂਕਿ ਸਾਡੀ ਤਾਂ ਸੁਣਵਾਈ ਨਹੀਂ ਹੋ ਰਹੀ, ਅਤੇ ਉਹ ਅਸਲਾ ਇਹਨਾਂ ਨੂੰ ਫੜਾਉਂਦਾ ਆ। ਅਤੇ ਉਹ ਕਿਉਂਕਿ ਮੇਰੀ ਜਾਨ ਨੂੰ ਇਹ ਖਤਰਾ, ਕਿਉਂਕਿ ਜਦ ਮੈਨੂੰ ਜੁੱਤੀਆਂ ਦਿਖਾ ਸਕਦੀ ਆ, ਮੈਨੂੰ ਡੰਡੇ ਦਿਖਾ ਸਕਦੀ ਆ, ਅਤੇ ਕਿਸੇ ਟਾਈਮ ਉਹਦੇ ਹੱਥ 'ਚ ਅਸਲਾ ਹੋਵੇ ਤਾਂ ਉਹ ਵੀ ਮੇਰੇ 'ਤੇ ਚਲਾ ਸਕਦੀ ਆ। ਇਹ ਜਿਹੜੇ ਜੁੱਤੀਆਂ ਡੰਡੇ ਜੀ, ਇਹਦੀ ਕੰਪਲੇਂਟ ਕੀਤੀ ਜੀ ਤੁਸੀਂ? ਇਹ ਜੀ ਮੈਂ ਪਿੰਡ ਦੇ ਸਰਪੰਚ ਨੂੰ ਫੋਨ ਤੇ ਕੰਪਲੇਂਟ ਕੀਤੀ ਦੋਨੋਂ ਵਾਰੀ। ਇਹਦਾ ਕੋਈ ਫੈਸਲਾ ਹੋਇਆ ਜੀ? ਹੁਣ ਮੈਨੂੰ ਇੰਨੀ ਗੱਲ ਇਹ ਕਹੀ ਆ ਜੀ, ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਹਟ ਜਾਣਗੇ। ਜਿਹੜੀ ਤੁਸੀਂ ਅਕਾਲ ਤਖਤ ਕੰਪਲੇਂਟ ਕੀਤੀ ਸੀ, ਉਹਦਾ ਕੀ ਬਣਿਆ? ਉਹਦੇ ਨੂੰ ਕੀ ਸਜ਼ਾ? ਉਹਦਾ ਜੀ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਧੰਨਵਾਦ। ਅਸੀਂ ਪਰਸੋਂ ਅਸੀਂ ਸਪੈਕਟਰਮ ਅਖਬਾਰ ਦੇ ਵਿੱਚ ਵੀ ਆਇਆ, ਉਹਦੇ ਵਿੱਚ ਅਸੀਂ ਜਥੇਦਾਰ ਜੀ ਦਾ ਧੰਨਵਾਦ ਕੀਤਾ। ਉਹਨਾਂ ਨੇ ਸਾਡੀ ਸੁਣਵਾਈ ਕੀਤੀ ਆ, ਉਹਨਾਂ ਨੇ ਇਹਨੂੰ ਧਾਰਮਿਕ ਸਜ਼ਾ ਲਾਈ ਆ। ਕੀ ਮੰਗ ਕਰਦੇ ਹੋ ਤੁਸੀਂ ਅੱਗੇ? ਅਸੀਂ ਇਹੀ ਮੰਗ ਕਰਦੇ ਹਾਂ ਜੀ, ਮੈਨੂੰ ਤੇ ਮੇਰੇ ਪਰਿਵਾਰ ਨੂੰ ਇਹ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਆ, ਅਤੇ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ। ਸਾਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਔਰ ਨਾ ਸਾਡੀ ਕਿਤੇ ਸੁਣਵਾਈ ਹੁੰਦੀ ਆ, ਨਾ ਸਾਡੀ ਕਿਤੇ ਗੱਲ ਸੁਣੀ ਜਾਂਦੀ ਆ। ਇਨਸਾਫ ਦੀ ਮੰਗ ਕਰਦੇ? ਇਨਸਾਫ ਦੀ ਮੰਗ ਕਰ ਰਹੀ ਹਾਂ। ਮਹਾਵੀਰ ਸਿੰਘ ਮੇਰਾ ਮਾਮਾ ਲੱਗਦਾ ਵਾ। ਠੀਕ ਹੈ ਜੀ, ਤੇ ਕੀ ਝਗੜਾ ਚੱਲ ਰਿਹਾ ਜੀ ਤੁਹਾਡਾ? ਮੇਰਾ ਝਗੜਾ ਉਹਦੇ ਨਾਲ ਇੰਨਾ ਚੱਲ ਰਿਹਾ ਕਿ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ, ਜੋ ਕਿ ਮੇਰਾ ਜ਼ਮੀਰ ਆਗਿਆ ਨਹੀਂ ਦਿੰਦਾ, ਅਤੇ ਮਹਾਵੀਰ ਸਿੰਘ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਕਿ ਤੂੰ ਸਾਡੀ ਪੋਸਟ ਪਾਈ ਆ, ਇਸ ਕਰਕੇ ਇਸ ਨੂੰ ਡਿਲੀਟ ਕਰ। ਉਹ ਮੈਨੂੰ ਹੋਰ ਕਈ ਵੀ ਪ੍ਰੈਸ਼ਰ ਪਵਾ ਰਿਹਾ ਵਾ। ਉਸਨੇ ਮੇਰੇ 'ਤੇ ਪੁਲਿਸ ਕੰਪਲੇਂਟ ਵੀ ਕਰਵਾ ਦਿੱਤੀ ਹੈ। ਕੀ ਆਡੀਓ ਸੀ ਜਿਹੜੀ ਤੁਹਾਡੇ ਹੱਥ ਲੱਗੀ ਸੀ? ਉਸ ਆਡੀਓ 'ਚ ਮਹਾਵੀਰ ਸਿੰਘ ਖੁਦ ਕਹਿ ਰਿਹਾ ਕਿ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਥੱਲੇ 1 ਕਿਲੋ ਅਫੀਮ ਰੱਖ ਕੇ ਲਿਆਉਣ ਦੀ ਗੱਲ ਕੀਤੀ ਹੈ, ਅਤੇ ਉਸਨੇ 3 ਅਖੰਡ ਪਾਠ ਅਫੀਮ ਖਾ ਕੇ ਕੀਤੇ ਹਨ। ਅਤੇ ਉਹਦੇ ਵਿੱਚ ਉਹ ਹੋਰ ਵੀ ਕਈ ਮੰਦਭਾਗੀ ਗੱਲਾਂ, ਜਿਵੇਂ ਕਿ
ਉਸਨੇ ਮਹਾਰਾਜ ਜੀ ਦੀ ਆਰਤੀ ਵੀ ਕੀਤੀ ਹੈ ਅਤੇ ਉਹ ਕਹਿ ਰਿਹਾ ਕਿ ਮੈਨੂੰ ਪਾਠ ਦਾ ਕੁਛ ਨਹੀਂ ਪਤਾ ਚੱਲਿਆ ਕਿਵੇਂ ਹੋ ਗਿਆ ਅਤੇ ਕਿੱਦਾਂ ਹੋਇਆ, ਕਦੋਂ ਸਵੇਰ ਹੋ ਗਈ ਉਸਨੂੰ ਕੁਛ ਨਹੀਂ ਪਤਾ ਚੱਲਿਆ। ਹੋਰ ਵੀ ਤੁਸੀਂ ਫੋਟੋਆਂ ਦਿਖਾਉਂਦੇ ਸੀ, ਇੱਕ ਉਹ ਕੀ ਫੋਟੋਆਂ ਆ ਬਾਈ? ਇਹਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਮੇਰੇ ਕੋਲ ਮਹਾਵੀਰ ਦੇ ਕਈ ਸਬੂਤ ਹਨ, ਜਿਵੇਂ ਕਿ ਮਹਾਵੀਰ ਹੋਰ ਵੀ ਕਈ ਤੰਤਰ ਵਿਦਿਆਵਾਂ ਕਰਦਾ ਹੈ, ਉਹ ਜਾਦੂ ਟੂਣੇ ਵੀ ਕਰਦਾ ਹੈ, ਲੋਕਾਂ ਦੇ ਟੇਵੇ ਵੀ ਦੇਖਦਾ ਹੈ ਅਤੇ ਹੋਰ ਲੋਕਾਂ ਨੂੰ ਉੱਲੂ ਬਣਾ ਕੇ ਲੁੱਟਦਾ ਵੀ ਹੈ। ਕੀ ਕਾਰਨ ਆ ਜਿਹੜਾ ਇਦਾਂ ਕਰਦਾ? ਤੁਸੀਂ ਕੰਪਲੇਂਟ ਕੀਤੀ, ਕੀ ਸਜ਼ਾ ਹੋਈ ਸੀ? ਮੈਂ ਉਹਨਾਂ ਦੀ ਜੁਲਾਈ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਕੰਪਲੇਂਟ ਕੀਤੀ ਸੀਗੀ। ਉਹਨਾਂ ਨੇ ਫਿਰ ਉਸ 'ਤੇ ਕਾਰਵਾਈ ਕੀਤੀ, ਜਿਹੜੀ ਜਾਂਚ ਪੜਤਾਲ ਕਮੇਟੀ ਬਿਠਾ ਕੇ ਸਾਰੀ ਜਾਂਚ ਪੜਤਾਲ ਹੋਈ, ਜਿਹਦੇ ਵਿੱਚ ਮਹਾਵੀਰ ਸਿੰਘ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਧਾਰਮਿਕ ਸਜ਼ਾ ਲਗਾਈ ਗਈ। ਜਿਹੜੀ ਲੇਡੀ ਨਾਲ ਉਹ ਗੱਲ ਕਰ ਰਹੀ ਆ, ਉਹ ਲੇਡੀ ਕੌਣ ਆ ਉਹਦੇ ਨਾਲ? ਜਿਸ ਲੇਡੀ ਤੋਂ ਮਹਾਵੀਰ ਸਿੰਘ ਨੇ ਮੇਰੇ 'ਤੇ ਕੰਪਲੇਂਟ ਪਵਾਈ ਸੀਗੀ, ਉਹ ਲੇਡੀ ਉਸਦੇ ਸਕੇ ਭਰਾ ਛੋਟੇ ਭਰਾ ਦੀ ਘਰਵਾਲੀ ਹੈ, ਜੋ ਕਿ ਇਸ ਨਾਲ ਭੱਜ ਕੇ ਚਲੀ ਗਈ ਸੀਗੀ। ਅਤੇ ਉਸ ਲੇਡੀ ਨੇ ਮੇਰੇ 'ਤੇ ਝੂਠੀ FIR ਕਰਵਾਤੀ ਕਿ ਇਹ ਮੈਨੂੰ ਸੁਖਵਿੰਦਰ ਸਿੰਘ ਫੇਸਬੁੱਕ 'ਤੇ ਬਦਨਾਮ ਕਰ ਰਿਹਾ ਹੈ। ਕੀ ਮੰਗ ਕਰਦੇ ਆ ਤੁਸੀਂ? ਮੈਂ ਸਿਰਫ ਇੰਨੀ ਮੰਗ ਕਰਦਾ ਹਾਂ ਕਿ ਪਹਿਲੇ ਨੰਬਰ 'ਤੇ ਮਹਾਵੀਰ ਤੋਂ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਕਿਉਂਕਿ ਮਹਾਵੀਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ। ਜਦੋਂ ਦੀ ਮੈਂ ਇਹ ਕੰਪਲੇਂਟ ਪਾਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਬਰਬਾਦ ਕਰ ਦੂੰਗਾ, ਤੁਹਾਨੂੰ ਪੁਲਿਸ ਵਿੱਚ ਚੁਕਵਾ ਦੂੰਗਾ, ਤੁਹਾਨੂੰ ਗੋਲੀ ਮਾਰ ਦੂੰਗਾ। ਮੈਨੂੰ ਉਸਨੇ ਕਈ ਵਾਰੀ ਆਪਣੇ ਅਸਲੇ ਦਿਖਾ ਕੇ ਡਰਾਇਆ ਵੀ ਹੈ। ਮੇਰਾ ਨਾਂ ਜੀ ਸੰਤ ਮਹਾਵੀਰ ਸਿੰਘ, ਪਿੰਡ ਤਾਜੇਵਾਲ, ਜ਼ਿਲ੍ਹਾ ਹੁਸ਼ਿਆਰਪੁਰ। ਹਾਂਜੀ ਬਾਬਾ ਜੀ, ਇੱਕ ਜਿਹੜੀ ਆਡੀਓ ਵਾਇਰਲ ਹੋਈ ਸੀ ਜੀ, ਉਹਦੇ ਬਾਬਤ ਕੀ ਚੱਕਰ ਹੋਇਆ ਸੀਗਾ ਜੀ? ਉਹ ਆਡੀਓ ਇੱਕ ਘਰੇਲੂ ਜਿਹਾ ਮੈਟਰ ਸੀਗਾ ਜੀ। ਕੋਈ ਘਰ ਦੀ ਗੱਲਬਾਤ ਕਰਦਿਆਂ ਗੱਲਾਂ ਵੱਧ ਘੱਟ ਜੋੜ ਤੋੜ ਕਰਕੇ ਉਹ ਬੰਦੇ ਨੇ ਆਡਿਟ ਕਰਕੇ ਬਲੈਕਮੇਲ ਕਰਨ ਵਾਸਤੇ ਸਾਨੂੰ ਨੈੱਟ 'ਤੇ ਪਾਈ। ਉਹ ਮੈਟਰ ਕੋਈ ਹੋਰ ਸੀ, ਘਰੇਲੂ ਮੈਟਰ ਸੀ, ਪਰ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਉਹ ਗੱਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਗਈ ਔਰ ਬਕਾਇਦਾ ਇਨਕੁਆਇਰੀ ਹੋਈ। ਉੱਥੋਂ ਅਕਾਲ ਤਖਤ ਸਾਹਿਬ ਨੇ ਕੇਸ ਧਰਮ ਪ੍ਰਚਾਰ ਕਮੇਟੀ ਨੂੰ ਦੇ ਦਿੱਤਾ ਔਰ ਧਰਮ ਪ੍ਰਚਾਰ ਕਮੇਟੀ ਨੇ ਬਕਾਇਦਾ ਇਨਕੁਆਇਰੀ ਕੀਤੀ ਇਸ ਗੱਲ ਦੀ। ਉਸ ਤੋਂ ਬਾਅਦ ਜੋ ਇਹ ਮਾਮਲਾ ਸੀ, ਕਿਉਂਕਿ ਬੜਾ ਮਾਮਲਾ ਨਹੀਂ ਸੀ, ਛੋਟੀ ਗੱਲ ਸੀ, ਉਹ ਘਰੇਲੂ ਮੈਟਰ ਸੀ, ਅਤੇ ਸਿੰਘ ਸਾਹਿਬਾਨ ਵੱਲੋਂ ਕੋਈ ਇਹ 'ਚ ਹੁਕਮ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਜੋ ਚਿੱਠੀ ਆਈ ਸੀ, ਉਹਦੇ ਮੁਤਾਬਕ ਮੈਂ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਇਆ ਔਰ ਪੰਜਾਂ ਪਿਆਰਿਆਂ ਨੇ ਜੋ ਇਹਨਾਂ ਨੇ ਦੋਸ਼ ਲਾਏ ਸੀ ਮੇਰੇ ਉੱਪਰ। ਇਹ ਦੋਸ਼ ਕਿਹਨੇ ਲਾਏ ਸੀਗੇ ਜੀ ਤੁਹਾਡੇ ਤੇ? ਇਹ ਪਰਮਜੀਤ ਸਿੰਘ ਕੋਈ ਬੈਰੋਵਾਲ, ਮੈਂ ਜਾਣਦਾ ਨਹੀਂ ਮੈਂ ਕੌਣ ਬੰਦਾ ਹੈ ਉਹ, ਹਾਂਜੀ। ਕਿ ਕਿਸ ਹਿਸਾਬ ਨਾਲ ਮੇਰਾ ਖਡੂਰ ਸਾਹਿਬ ਕਦੇ ਮੈਂ ਗਿਆ ਨਹੀਂ, ਉਸ ਪਿੰਡ ਨਹੀਂ ਮੈਂ ਕਦੇ ਗਿਆ, ਉਸ ਪਿੰਡ ਦੀ ਕੋਈ ਸੰਗਤ ਵੀ ਨਹੀਂ ਸਾਡੇ ਕੋਲ ਆਉਂਦੀ। ਮੈਨੂੰ ਨਹੀਂ ਸਮਝ ਆਈ ਕਿ ਕਿਉਂ ਇਲਜ਼ਾਮ ਇੰਨੀ ਦੂਰ ਤੋਂ ਬੰਦਾ ਕਾਹਤੇ ਲਾ ਰਿਹਾ, ਕਿਸ ਲਾਲਚ ਵਿੱਚ ਲਾ ਰਿਹਾ। ਇਸ ਚੀਜ਼ ਦੀ ਮੈਂ ਵੱਖਰੇ ਤੌਰ ਦੇ ਉੱਪਰ ਹੁਣ ਇਨਕੁਆਇਰੀ ਕਰਾਊਂਗਾ, ਆਪਣੀ ਪੱਖ ਰੱਖੂੰਗਾ ਸੰਗਤ ਵਿੱਚ, ਕਿਉਂਕਿ ਸਾਡਾ ਤਾਂ ਬੈਰੋਵਾਲ ਨਾਲ ਕੋਈ ਸੰਬੰਧ ਨਹੀਂ। ਔਰ ਉਸਨੇ ਇਲਜ਼ਾਮ ਲਾਏ ਸੀ, ਜੋ ਇਹਨਾਂ ਨੇ ਇਲਜ਼ਾਮ ਲਾਏ ਸੀ ਉਹ ਇਨਕੁਆਇਰੀ ਦੇ ਵਿੱਚ ਸਾਰੇ ਉਹ ਜਿਹੜੇ ਸੀ ਰੱਦ ਕੀਤੇ ਗਏ। ਮੈਨੂੰ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਵਾਲਿਆਂ ਨੇ ਇਹ ਗੱਲ ਕਹੀ ਕਿ ਤੁਹਾਨੂੰ ਇਹਨਾਂ ਦੋਸ਼ਾਂ ਤੋਂ ਦੋਸ਼ ਮੁਕਤ ਕੀਤਾ ਜਾਂਦਾ, ਪਰ ਮੈਂ ਆਪਣੀ ਸੁਧਾਈ ਵਾਸਤੇ, ਕਿਉਂਕਿ ਇੱਕ ਲਫ਼ਜ਼ ਇਹਨੂੰ ਸਜ਼ਾ ਨਹੀਂ ਸੁਧਾਈ ਹੁੰਦਾ, ਕਿ ਬਿਮਾਰੀ ਦੀ ਹਾਲਤ ਵਿੱਚ ਜਾਣੇ ਸਾਡੇ ਕੋਲ ਕਈ ਵਾਰੀ ਕੁਰੈਤ ਮਰਿਆਦਾ ਕੋਈ ਹੋ ਜਾਂਦੀ ਹੈ। ਉਹ ਮੈਂ ਆਪ ਬੇਨਤੀ ਕੀਤੀ ਕਿ ਇਹ ਕੁਰੈਤ ਹੋ ਚੁੱਕੀ ਮੇਰੇ ਤੋਂ, ਉਹਦੇ ਵਾਸਤੇ ਜੋ ਨਹੀਂ ਮੈਨੂੰ ਸੇਵਾ ਲਾਈ ਉਹ ਮੈਂ ਪ੍ਰਵਾਨ ਕੀਤੀ। ਸੇਵਾ ਪ੍ਰਵਾਨ ਕਰਨ ਤੋਂ ਬਾਅਦ ਮੈਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੁਬਾਰਾ ਗਿਆ, ਉਹਨਾਂ ਸਿੱਖਿਆ ਹੋ ਗਈ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਉਸ ਸੇਵਾ ਨੂੰ ਮੇਰੀ ਦੀ ਅਰਦਾਸ ਕਰਨ ਤੋਂ ਬਾਅਦ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਪਸ਼ਟ ਜੋ ਸੀ ਉਹਦੇ ਵਾਸਤੇ ਦੇ ਦਿੱਤਾ ਗਿਆ ਕਿ ਤੁਸੀਂ ਬਰੀ ਹੋ। ਔਰ ਇਹਦੇ ਉੱਪਰ ਇਹ ਗੱਲ ਲਿਖੀ ਗਈ ਬਕਾਇਦਾ ਕਿ ਗੁਰੂ ਦਸਮ ਪਾਤਸ਼ਾਹ ਜੀ ਦਾ ਸਪੁੱਤਰ ਸਪੁੱਤਰੀ ਸਮਝ ਕੇ ਕੋਈ ਸ਼ੰਕਾ ਨਾ ਕੀਤਾ ਜਾਵੇ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ 'ਤੇ ਇਹੋ ਜਿਹਾ ਲਿਖ ਕੇ ਦਿੱਤਾ ਗਿਆ। ਔਰ ਮੈਂ ਇਸ ਗੱਲ ਨੂੰ ਸਮਝਦਾ ਕਿ ਇੱਕ ਨਿੱਜੀ ਰੰਜਿਸ਼ ਉਠਾਲਣ ਵਾਸਤੇ ਇਹ ਗੱਲ ਮੁੜ ਕੇ ਉਠਾਲੀ ਜਾ ਰਹੀ, ਜਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਪਸ਼ਟ ਹੋ ਗਿਆ ਕਿ ਦੋਸ਼ ਮੁਕਤ ਕਰਾਰ ਦਿੱਤਾ ਗਿਆ, ਸਰਟੀਫਿਕੇਟ ਦੇ ਦਿੱਤਾ ਗਿਆ, ਜੋ ਹੁਕਮ ਲੱਗਿਆ ਸੀ ਉਸ ਸਿਰੇ ਮੱਥੇ ਪ੍ਰਵਾਨ ਕੀਤਾ। ਅਸੀਂ ਧਾਰਮਿਕ ਲੋਕ ਹਾਂ, ਅਸੀਂ ਧਰਮ ਦੇ ਖੇਤਰ 'ਚ ਕੰਮ ਕਰਦੇ ਹਾਂ, ਜਾਣੇ ਅਣਜਾਣੇ ਕਈ ਗਲਤੀਆਂ ਹੋ ਜਾਂਦੀਆਂ। ਬਿਮਾਰੀ ਦੀ ਹਾਲਤ ਵਿੱਚ ਜਿਸ ਵਕਤ ਮੈਂ ਉੱਥੇ ਗਿਆ ਸੀ, ਅਨੇਕਾਂ ਸੰਗਤਾਂ ਹਰ ਹਫ਼ਤੇ ਮੰਗਲਵਾਰ ਬੁੱਧਵਾਰ ਤਖਤ ਸਾਹਿਬਾਨ 'ਤੇ ਆਪ ਹਾਜ਼ਰ ਹੁੰਦੀਆਂ ਕਿ ਸਾਡੇ ਕੋਲੋਂ ਕੋਈ ਕਰਹਿਤ ਹੋ ਗਈ, ਸਾਡੀ ਸੁਧਾਈ ਕੀਤੀ ਜਾਵੇ। ਔਰ ਇੱਕ ਆਮ ਵਰਤਾਰਾ ਆ ਧਰਮ ਦਾ, ਇਹ ਕੋਈ ਐਡਾ ਮੈਟਰ ਨਹੀਂ ਕਿ ਇਸ ਨੂੰ ਸੋਸ਼ਲ ਮੀਡੀਆ 'ਤੇ ਬੈਠ ਕੇ ਇਹਨੂੰ ਉਠਾਲਿਆ ਜਾਵੇ ਜਾਂ ਇਹਦਾ ਰੌਲਾ ਪਾਇਆ ਜਾਵੇ। ਇਹ ਕੋਈ ਐਡਾ ਬੜਾ ਮੈਟਰ ਨਹੀਂ ਹੁੰਦਾ, ਇਹ ਇੱਕ ਸਧਾਰਨ ਨੋਰਮਲ ਇੱਕ ਰੂਟੀਨ ਹੈ। ਇੱਕ ਬਾਬਾ ਜੀ ਤੁਸੀਂ ਕਹਿ ਰਹੇ ਆ ਜੀ ਕਿ ਇਹ ਮਸਲੇ ਇਸ ਕਰਕੇ ਨਹੀਂ ਉਠਾ ਰਹੇ, ਉਹਦਾ ਹੋਰ ਕੋਈ ਵਜ੍ਹਾ ਜੀ? ਉਹ ਬਾਬਾ ਜੀ ਕੀ ਵਜ੍ਹਾ ਹੈਗੀਆਂ? ਉਹਦੀ ਵਜ੍ਹਾ ਇਹ ਹੈ ਕਿ ਜੋ ਸੁਖਵਿੰਦਰ ਸਿੰਘ ਸਿੱਧੂ ਜੋ ਇਲਜ਼ਾਮ ਲਾ ਰਿਹਾ, ਇਹਦਾ ਰਿਸ਼ਤੇਦਾਰੀ ਦੇ ਵਿੱਚ ਸਾਡਾ ਰਿਸ਼ਤੇਦਾਰ ਵਾ, ਭਾਣਜਾ ਮੇਰਾ ਸਕਾ, ਇਸ ਨੇ
ਫੇਸਬੁੱਕ ਦੇ ਉੱਪਰ ਗਲਤ ਗੱਲਾਂ ਪਾਉਣ ਦਾ ਬਹੁਤ ਸ਼ੌਕੀਨ ਹੈ। ਇਹ ਸੋਸ਼ਲ ਮੀਡੀਆ ਦੀ ਬਹੁਤ ਦੁਰਵਰਤੋਂ ਕਰਦਾ, ਉਹਦੇ ਕਰਕੇ ਇਹਦੇ ਉੱਪਰ ਇੱਕ ਕੇਸ ਹੋ ਚੁੱਕਾ। ਜਸਵੀਰ ਕੌਰ ਵੱਲੋਂ ਡੇਰੇ ਦੀ ਸੇਵਾਦਾਰ, ਉਹਨਾਂ ਵੱਲੋਂ ਸੇਵਾ ਕੇਸ ਹੋ ਚੁੱਕਾ। ਇਹਦੇ ਉੱਪਰ FIR ਦਰਜ ਹੋਈ 153 ਨੰਬਰ FIR 153 ਦਾ ਕੇਸ ਉੱਪਰ ਦਰਜ ਹੋਇਆ। ਉੱਥੇ ਵੀ ਇਹਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿਉਂਕਿ ਇਲਜ਼ਾਮ ਲਾਉਣੇ ਜਾਣਦਾ। ਇਹਨੂੰ ਲੱਗਦਾ ਕਿ ਜੋ ਮੈਂ ਰਿਕਾਰਡ ਕਰ ਲਿਆ ਉਹ ਸਾਰੇ ਪ੍ਰੂਫ ਹੀ ਆ। ਪਰ ਕਈ ਵਾਰ ਘਰ ਵਿੱਚ ਬੈਠਿਆ ਸੀ ਕਈ ਗੱਲਾਂ ਕਰਦੇ ਹਾਂ ਆਪਸ ਵਿੱਚ ਬੈਠ ਕੇ, ਉਹ ਕੋਈ ਗਲਤ ਨਹੀਂ ਹੁੰਦੀ। ਆਪਸ ਵਿੱਚ ਰਿਸ਼ਤੇਦਾਰੀ ਵਿੱਚ ਬੈਠ ਕੇ ਜੇ ਆਪਾਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਸ ਵਿੱਚ ਗੱਲ ਕਰਨ ਲੱਗੇ, ਆਪਣੇ ਪੁੱਤ ਭਤੀਜੇ ਭਰਾਵਾਂ 'ਤੇ ਸ਼ੱਕ ਕਰੀਏ ਕਿ ਸਾਡੀ ਰਿਕਾਰਡਿੰਗ ਕਰਨਗੇ, ਫਿਰ ਤਾਂ ਮੇਰੇ ਹਿਸਾਬ ਨਾਲ ਇਹ ਰਿਸ਼ਤਿਆਂ ਨੂੰ ਕਲੰਕ ਕਰਨ ਵਾਲੀ ਗੱਲ ਵਾ। ਕੋਈ ਯਕੀਨ ਨਹੀਂ ਕਰੂਗਾ ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ ਕਿ ਅਸੀਂ ਆਪਣੇ ਧੀਆਂ ਪੁੱਤਾਂ ਸਾਹਮਣੇ ਬੈਠ ਕੇ ਕਿਹੜੀ ਗੱਲ ਕਰਨੀ ਜਾਂ ਕਿਹੜੀ ਨਹੀਂ ਕਰਨੀ। ਸਾਰੇ ਰਿਕਾਰਡਿੰਗਾਂ ਕਰਨ ਲੱਗ ਪਏ ਤਾਂ ਉਹਨੂੰ ਆਡਿਟ ਕਰਕੇ ਫਿਰ ਉਸਨੂੰ ਬਲੈਕਮੇਲ ਕਰਨਾ, ਕਿਉਂਕਿ ਇਹਦਾ ਰਿਸ਼ਤਾ ਹੋਇਆ, ਇਹਦੀ ਘਰ ਵਾਲੀ ਨਾਲ ਇਹਦੀ ਨਹੀਂ ਬਣੀ ਸੀ, ਵਿਚੋਲੇ ਸੀ, ਉਹ ਇਹਨੂੰ ਛੱਡ ਗਈ। ਇਹਦਾ ਬਲੇਮ ਲਾ ਰਿਹਾ ਉਹਦੇ ਉੱਪਰ ਵੀ। ਸਹੁਰਿਆਂ ਦੇ ਘਰ ਬੈਠ ਕੇ ਰਿਕਾਰਡਿੰਗਾਂ ਕੀਤੀਆਂ ਇਸਨੇ। ਲੜਕੀ ਦੇ ਵੀ ਬਿਆਨ ਆਪ ਜੀ ਨੂੰ ਮੈਂ ਦੇ ਦਿੰਦਾ, ਉਸਨੇ ਵੀ ਭੇਜਿਆ ਕਿ ਖੁਦ ਲੜਕੀ ਦੀ ਵੀ ਇਸਨੇ ਵੀਡੀਓ ਬਣਾ ਛੱਡੀ, ਹੋਰ ਕੀ ਕਰਨਾ। ਔਰ ਉਸ ਦਾ ਤਲਾਕ ਹੋਣ ਤੱਕ ਨੌਬਤ ਆ ਗਈ ਕਿਉਂਕਿ ਇਸ ਤਰ੍ਹਾਂ ਇਸਨੇ ਉਹਨੂੰ ਡਿਸਟਰਬ ਕੀਤਾ। ਅਤੇ ਸਾਰੀਆਂ ਗੱਲਾਂ ਇਕੱਠੀਆਂ ਕਰਕੇ ਇਹਦੇ ਉੱਪਰ ਪਰਚਾ ਵੀ ਹੋ ਗਿਆ ਕਿ FIR ਵੀ ਲਾਂਚ ਹੋ ਗਈ ਇਹਦੇ ਉੱਪਰ। ਉਹ FIR ਨੂੰ ਇਹੋ ਕੈਂਸਲ ਕਰਾਉਣ ਹਿੱਤ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੇ, ਜਦ ਕਿ ਦਰਖਾਸਤ ਦੇਣ ਵਾਲਾ ਬੰਦਾ ਪਰਮਜੀਤ ਸਿੰਘ ਬੈਰੋਵਾਲ ਖਡੂਰ ਸਾਹਿਬ ਵਾ। ਤਾਂ ਸਪਸ਼ਟੀਕਰਨ ਦੇਣ ਵਾਸਤੇ ਸੁਖਵਿੰਦਰ ਸਿੰਘ ਸਿੱਧੂ ਹੁਸ਼ਿਆਰਪੁਰ 'ਚ ਪ੍ਰੈਸ ਕਾਨਫਰੰਸ ਕਿਉਂ ਕਰ ਰਿਹਾ, ਇਹ ਵੀ ਸ਼ੱਕ ਦਾ ਵਿਸ਼ਾ ਹੈ। ਇਹਦੇ ਪਿੱਛੇ ਜ਼ਰੂਰ ਕੋਈ ਗਹਿਰੀ ਸਾਜ਼ਿਸ਼ ਚਾਲ ਵਾ, ਸਾਨੂੰ ਬਦਨਾਮ ਕਰਨ ਵਾਸਤੇ, ਡੇਰੇ ਨੂੰ ਬਦਨਾਮ ਕਰਨ ਵਾਸਤੇ, ਸਿੱਖ ਪੰਥ ਵਿੱਚ ਦਫੇੜ ਪਾਉਣ ਵਾਸਤੇ ਵੀ ਹੋ ਸਕਦੀ ਗੱਲ। ਕਿਉਂਕਿ ਆਮ ਤੌਰ 'ਤੇ ਇਲਜ਼ਾਮ ਲਾ ਦਿੰਦੇ, ਅਸੀਂ ਸਾਬਤ ਕੀਤੇ ਬਿਨਾਂ ਇਲਜ਼ਾਮ ਲਾਈ ਜਾਂਦੇ ਆ, ਭੜਕਾਉਣ ਦੀ ਕੋਸ਼ਿਸ਼ ਕਰ ਰਹੇ। ਇਹਦੇ ਵਾਸਤੇ ਖੁਦ ਨੌਜਵਾਨ ਮੁੰਡਿਆਂ ਨੇ ਇਹਦੇ ਮੈਸੇਜ ਪੜ੍ਹ ਕੇ ਕਈ ਜਗ੍ਹਾ ਸਟੇਟਸ ਪਾਏ, ਕਈ ਜਗ੍ਹਾ ਸਿੰਘਾਂ ਨੇ ਕਿ ਬੰਦਾ ਸਿਰਫ ਕੌਮ ਨੂੰ ਭੜਕਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਂ 'ਤੇ, ਜਦ ਕਿ ਖੁਦ ਗੁਰੂ ਗ੍ਰੰਥ ਸਾਹਿਬ ਜੇ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਫਿਕਰ ਕਰਦਾ, ਅੰਮ੍ਰਿਤਧਾਰੀ ਹੋ ਕੇ, ਜਟਾਜੂਟ ਹੋ ਕੇ, ਬਾਣੀ ਬਾਣੇ ਨਾਲ ਜੁੜੇ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਫਿਕਰ ਹੋਆ, ਤਾਂ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਮੰਨੇ ਨਾ, ਉਹਦੇ 'ਚ ਸ਼ਾਮਲ ਹੋਵੇ, ਸਿੱਖ ਪੰਥ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਵੇ। ਸਿਰਫ ਆਪਣੇ ਨਿੱਜੀ ਹਿੱਤ ਵਾਸਤੇ, ਬਦਨਾਮ ਕਰਨ ਵਾਸਤੇ ਵਰਤ ਰਿਹਾ। ਔਰ ਸਭ ਤੋਂ ਬੜਾ ਜੋ ਨਿੱਜੀ ਰੰਜਿਸ਼ ਦਾ ਮਾਮਲਾ ਹੈ, ਆਪਣੀ ਮਾਸੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਜੋ ਇੱਕ ਬਹੁਤ ਬੜਾ ਫਰਾਡ। ਅਸਲ ਵਿੱਚ ਉਸ ਦਾ ਨਾਂ ਪਰਮਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਬਾਸੀ ਕਿਲਾ ਬਰੂਨ, ਜ਼ਿਲ੍ਹਾ ਹੁਸ਼ਿਆਰਪੁਰ, ਜਰਮਨ ਰਹਿੰਦੀ ਹੈ ਇਸ ਵਕਤ। ਉਸ ਦਾ ਜੋ ਜਰਮਨ ਜਾਣ ਵਾਸਤੇ ਉਸਨੇ ਫੇਕ ID ਬਣਾਈ, ਉਸ ਦੇ ਉੱਪਰ ਉਸ ਦਾ ਨਾਂ ਅਮਰਜੀਤ ਕੌਰ ਪੁੱਤਰੀ ਜਗਤੇਸ਼ਵਰ ਲੰਮਾ ਪਿੰਡ ਚੌਂਕ, ਜ਼ਿਲ੍ਹਾ ਜਲੰਧਰ ਕਰਕੇ ਉਹ ਜਰਮਨ ਚੱਲ ਗਈ। 2 ਵਾਰ ਮੈਰਿਜ ਕੀਤੀ ਉਸਨੇ ਉੱਥੇ ਜਾ ਕੇ। ਪਹਿਲਾਂ ਜਾਲੀ ਪੇਪਰ ਬਣਾ ਕੇ ਆਪਣੇ ਜੇਠ ਦੇ ਨਾਲ ਉਹ ਜਰਮਨ ਪਹੁੰਚੀ, ਫਿਰ ਉੱਥੇ ਜਾ ਕੇ ਉਹ ID ਕੈਂਸਲ ਕਰਕੇ, ਤਲਾਕ ਕਰਕੇ, ਫਿਰ ਦੁਬਾਰਾ ਆਪਣੇ ਰੀਅਲ ਘਰ ਵਾਲੇ ਨਾਲ ਵਿਆਹ ਕਰਕੇ ਉਸਨੇ ਉਸਨੂੰ ਆਪਣੇ ਆਪ ਨੂੰ ਸੈਟਿੰਗ ਕੀਤੀ ਉੱਥੇ ਮੁਲਕ ਮੁਤਾਬਕ, ਪਰ 2 ਮੁਲਕਾਂ ਨਾਲ ਧੋਖਾ ਕੀਤਾ। ਹੁਣ ਪੇਪਰਾਂ ਵਿੱਚ ਉਸ ਦਾ ਨਾਂ ਅਮਰਜੀਤ ਕੌਰ ਪੁੱਤਰੀ ਜਗਤੇਸ਼ਵਰ, ਜ਼ਿਲ੍ਹਾ ਜਲੰਧਰ ਚੱਲ ਰਿਹਾ, ਜਦ ਕਿ ਜੋ ਜ਼ਮੀਨ ਹੁਸ਼ਿਆਰਪੁਰ ਦੇ ਵਿੱਚ ਪਿਤਾ ਪੁਰਖੀ ਸੀ ਸੰਤ ਜੋਗਿੰਦਰ ਸਿੰਘ ਦੀ, ਉਸਨੇ ਪਰਮਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਬਣ ਕੇ ਇੱਕ ਐਫੀਡੈਵਿਟ ਤਿਆਰ ਕਰਕੇ 38 ਲੱਖ ਦੀ ਵੇਚ ਲਈ, ਜੋ ਕਿ ਸ਼ਰੇਆਮ ਝੂਠ ਸੀ। ਕਿਉਂਕਿ ਅਮਰਜੀਤ ਕੌਰ ਜੇ ਉਹ ਹੈ ਤਾਂ ਉਸ ਦਾ ਕੋਈ ਪ੍ਰੂਫ ਹੋਵੇ। ਉਸੇ ਵੀ ਜਾਲੀ ਪੇਪਰ ਬਣਾਏ ਗਏ, ਸਾਰੇ ਪੇਪਰ ਜਾਲੀ ਬਣਾ ਕੇ ਉਸਨੇ ਮੈਟਰ ਕੀਤਾ। ਔਰ ਇਸ ਸੰਬੰਧੀ ਬਕਾਇਦਾ ਜੋ ਸ਼ਿਕਾਇਤ ਹੈ, ਦਰਖਾਸਤ ਹੈ, ਇਹ ਕਾਰਵਾਈ ਚੱਲ ਰਹੀ ਪਾਸਪੋਰਟ ਦਫ਼ਤਰ ਦੇ ਵਿੱਚ, ਹੋਮ ਮਿਨਿਸਟਰੀ ਵਿੱਚ, ਅੰਬੈਸੀ ਵਿੱਚ ਬਕਾਇਦਾ ਕਾਰਵਾਈ ਚੱਲ ਰਹੀ ਹੈ ਇਸ ਦੇ ਖਿਲਾਫ। ਲੋਕਡਾਊਨ ਕਾਰਨ ਕੰਮ ਢਿੱਲਾ, ਇਹ ਉਸ ਨੂੰ ਬਚਾਉਣ ਹਿੱਤ, ਸਾਨੂੰ ਬਲੈਕਮੇਲ ਕਰਨ ਹਿੱਤ ਇਹੋ ਜਿਹੇ ਹੱਥ ਕੰਡੇ ਅਪਣਾ ਰਿਹਾ ਕਿ ਇਹ ਕੇਸ ਨੂੰ ਅਸੀਂ ਦਬਾ ਦਈਏ। ਔਰ ਇਹਦੇ ਉੱਪਰ ਜੋ FIR ਲਾਂਚ ਹੋਈ ਆ, ਇਹਦੀਆਂ ਗਲਤ ਹਰਕਤਾਂ ਕਰਕੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਸਭ ਤੋਂ ਬੜੀ ਮਾੜੀ ਗੱਲ, ਜੋ ਦੁੱਖਦਾਇਕ ਗੱਲ ਆ, ਕਿ ਅਸੀਂ ਪੂਰਨ ਤੌਰ 'ਤੇ ਹਮੇਸ਼ਾ ਤੋਂ ਗੁਰੂ ਪੰਥ ਨੂੰ, ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਾਂ। ਔਰ ਚਾਹੇ ਜੋ ਮਰਜ਼ੀ ਹੋ ਜਾਵੇ, ਇੱਕ ਇਲਜ਼ਾਮ ਨਹੀਂ 100 ਹੋਰ ਲੱਗ ਜਾਣ, ਪਰ ਅਸੀਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਜਦਾ ਹੀ ਕਰਦੇ ਰਹਾਂਗੇ, ਨਮਸਕਾਰ ਹੀ ਕਰਦੇ ਰਹਾਂਗੇ, ਸਮਰਪਿਤ ਰਹਾਂਗੇ। ਪਰ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰ ਰਹੇ ਆ, ਕਿਉਂਕਿ ਨਹੀਂ ਜਾਣਦੇ ਕਿ ਜਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਪਸ਼ਟ ਹੋ ਗਿਆ ਕਿ ਹੁਣ ਕੋਈ ਸ਼ੰਕਾ ਨਾ ਕੀਤਾ ਜਾਵੇ, ਕੋਈ ਇਸ ਨਾਲ ਇਹੋ ਜਿਹਾ ਭਿੰਦ ਭਾਵ ਨਾ ਰੱਖਿਆ ਜਾਵੇ, ਫਿਰ ਇਹ ਗੱਲਾਂ ਇੰਨੇ ਚਿਰ ਬਾਅਦ ਉਠਾ ਲੈਣ ਦਾ ਕੀ ਮਤਲਬ ਹੋਇਆ? ਇੱਕ ਨਿੱਜੀ ਰੰਜਿਸ਼ ਤੋਂ ਵੱਧ ਕੁਝ ਵੀ ਨਹੀਂ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ,
स्वामी शुक्राचार्य मां काली उपासक तांत्रिक विधि नाल पाओ 100% गारंटी नाल हर परेशानी दा हल। पति पत्नी च झगड़ा, प्रेम ब्याज रुकावट, सौतन दुश्मन दा खात्मा, विदेश च पक्का होना, कीता कराया, गुप्त वशीकरण कराओ, रुस्से प्रेमी प्रेमिका नूं अपने बस च करो, लॉटरी नंबर पाओ भावें 649 होवे जां लुटो मैक्स। प्यार च धोखा खा चुके प्रेमी प्रेमिका एक बार जरूर संपर्क करो, मैं तुहाडा प्यार टुटण नहीं देवांगा। संपर्क करो 98 729 014 31।